हाँ जी, सब तो पहला स्वागत है ਤੁਹਾਡਾ ਲਰਨ ਵਿਦ ਦੀਪ ਚੈਨਲ ਵਿੱਚ। ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂਗੇ ਕਲਾਸ 6 ਦਾ 4th ਚੈਪਟਰ ਸ਼ਾਰਟਿੰਗ ਮਟੀਰੀਅਲ ਇਨਟੂ ਗਰੁੱਪਸ। ਇਸ ਤੋਂ ਪਹਿਲੇ ਦੋ ਚੈਪਟਰ ਸੀ ਜਿਹਦੇ ਵਿੱਚ ਅਸੀਂ ਫੂਡ ਬਾਰੇ ਪੜ੍ਹਿਆ ਸੀਗਾ। ਇਸ ਤੋਂ ਜੋ ਥਰਡ ਚੈਪਟਰ ਸੀਗਾ ਉਹਦੇ ਵਿੱਚ ਅਸੀਂ ਕੱਪੜਿਆਂ ਬਾਰੇ ਪੜ੍ਹਿਆ ਸੀਗਾ ਅਤੇ ਫੋਰਥ ਚੈਪਟਰ ਹੈਗਾ ਇਹ ਜਿਹੜੀਆਂ ਹੋਰ ਵਸਤੂਆਂ ਹੁੰਦੀਆਂ ਨੇ ਆਪਾਂ ਡੇਲੀ ਲਾਈਫ ਦੇ ਵਿੱਚ ਵਰਤਦੇ ਹਾਂਗੇ ਉਹਨਾਂ ਬਾਰੇ ਪੜ੍ਹਨਾ ਗਾ ਵੀ ਅਸੀਂ ਵਸਤੂਆਂ ਨੂੰ ਕਿਵੇਂ ਗਰੁੱਪਸ ਦੇ ਵਿੱਚ ਡਿਵਾਈਡ ਕਰਦੇ ਹਾਂਗੇ ਵੀ ਕਿਹੜੇ ਕਿਹੜੇ ਤਰ੍ਹਾਂ ਦੀਆਂ ਵਸਤੂਆਂ ਹੁੰਦੀਆਂ ਨੇ ਉਹਨਾਂ ਬਾਰੇ ਆਪਾਂ ਪੜ੍ਹਨਾ ਗਾ। ਚਲੋ ਜੀ ਸਟਾਰਟ ਕਰ ਦਿਆਂਗੇ। ਓਬਜੈਕਟਸ ਅਰਾਊਂਡ ਅਸ। ਓਬਜੈਕਟਸ ਕੀ ਹੁੰਦੇ ਨੇ? ਚੀਜ਼ਾਂ, ਵਸਤੂਆਂ ਜਿਹੜੀਆਂ ਅਸੀਂ ਆਪਾਂ ਦੇਖਦੇ ਹਾਂਗੇ ਉਹਨਾਂ ਵਸਤੂ ਅਰਾਊਂਡ ਕੀ ਹੋਏ ਸਾਡੇ ਆਲੇ ਦੁਆਲੇ ਅਸ। ਕਹਿੰਦੇ ਜਿਹੜੇ ਸਾਡੇ ਆਲੇ ਦੁਆਲੇ ਵਸਤੂਆਂ ਨੇ ਆਪਣੇ ਚਾਰੇ ਪਾਸੇ ਜਿਹੜੀਆਂ ਵਸਤੂ ਹੁੰਦੇ ਨੇ ਉਹਨਾਂ ਬਾਰੇ ਪੜ੍ਹਨਾ ਗਾ। ਵੀ ਸਾ ਦੈਟ ਆਵਰ ਫੂਡ ਐਂਡ ਕਲੋਥਸ ਹੈਵ ਸੋ ਮਚ ਵੈਰਾਈਟੀ ਇਨ ਦੈਮ। ਕਹਿੰਦੇ ਅਸੀਂ ਦੇਖਿਆ ਵੀ ਜਿਹੜੇ ਸਾਡਾ ਫੂਡ ਹੈਗਾ ਜਾਂ ਸਾਡੇ ਕੱਪੜੇ ਨੇਗੇ ਉਹਨਾਂ ਵਿੱਚ ਕੀ ਬਹੁਤ ਜ਼ਿਆਦਾ ਵੈਰਾਈਟੀ ਹੈਗੀ। ਉਹ ਵੱਖ-ਵੱਖ ਤਰ੍ਹਾਂ ਦੇ ਕੱਪੜੇ ਹੁੰਦੇ ਨੇ ਸਾਡਾ ਭੋਜਨ ਵੀ ਵੱਖ-ਵੱਖ ਤਰ੍ਹਾਂ ਦਾ ਹੁੰਦਾ। ਨੋਟ ਜਸਟ ਫੂਡ ਐਂਡ ਕਲੋਥਸ ਦੇਅਰ ਇਜ਼ ਸੱਚ ਅ ਵਾਸਟ ਵੈਰਾਈਟੀ ਆਫ ਓਬਜੈਕਟਸ ਐਵਰੀਵੇਅਰ। ਕਹਿੰਦੇ ਨੋਟ ਜਸਟ ਇਕੱਲੇ ਫੂਡ ਦੇ ਵਿੱਚ ਜਾਂ ਕੱਪੜਿਆਂ ਵਿੱਚ ਹੀ ਵੈਰਾਈਟੀ ਨਹੀਂ ਹੁੰਦੀ, ਵੱਖ-ਵੱਖ ਤਰ੍ਹਾਂ ਦੇ ਕੱਪੜੇ ਨਹੀਂ ਹੁੰਦੇ ਜਾਂ ਇਕੱਲਾ ਭੋਜਨ ਨਹੀਂ ਹੁੰਦਾ ਗਾ। ਇੱਥੇ ਬਹੁਤ ਜ਼ਿਆਦਾ ਚੀਜ਼ਾਂ ਵੀ ਹੁੰਦੀਆਂ ਨੇ, ਓਬਜੈਕਟਸ ਬਹੁਤ ਸਾਰੀਆਂ ਵਸਤੂਆਂ ਹੁੰਦੇ ਨੇ ਉਹਨਾਂ ਦੀ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ, ਉਹਨਾਂ 'ਚ ਬਹੁਤ ਸਾਰੀ ਵੈਰਾਈਟੀ ਹੁੰਦੀ ਹੈਗੀ ਹਰੇਕ ਜਗ੍ਹਾ 'ਤੇ। ਕਹਿੰਦੇ ਬੀ ਸਾ ਅਰਾਊਂਡ ਅਸ। ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ। ਅ ਚੇਅਰ, ਇੱਕ ਚੇਅਰ ਕੁਰਸੀ ਦੇਖਦੇ ਹਾਂ। ਅ ਬੁੱਲੌਕ ਕਾਟ ਦੇਖਦੇ ਹਾਂ ਅਸੀਂ। ਅ ਸਾਈਕਲ ਕੁਕਿੰਗ ਯੂਟੈਂਸਿਲਸ ਕੀ ਹੋ ਗਏ ਬਰਤਨ ਦੇਖਦੇ ਹਾਂ, ਭਾਂਡੇ। ਬੁੱਕਸ ਇੰਨੀ ਕਿਤਾਬਾਂ ਦੇਖਦੇ ਹਾਂ। ਕਲੋਥਸ ਕੱਪੜੇ ਹੋ ਗਏ। ਟੋਆਇਸ ਖਿਡੌਣੇ। ਵਾਟਰ ਪਾਣੀ। ਸਟੋਨਸ ਪੱਥਰ ਐਂਡ ਮੈਨੀ ਅਦਰ ਓਬਜੈਕਟਸ ਹੋਏ ਬਹੁਤ ਸਾਰੀ ਚੀਜ਼ਾਂ ਅਸੀਂ ਆਪਣੇ ਆਲੇ ਦੁਆਲੇ ਜਿਹੜੀਆਂ ਦੇਖਦੇ ਹਾਂਗੇ। all these objects have different shapes, colors and uses। ਜਿੰਨੇ ਵੀ ਵਸਤੂ ਆਪਾਂ ਦੇਖਦੇ ਹਾਂ ਆਪਣੇ ਆਲੇ ਦੁਆਲੇ ਸਾਰਿਆਂ ਦਾ ਕੀ ਹੁੰਦਾ ਗਾ ਵੱਖ-ਵੱਖ ਸ਼ੇਪ ਹੁੰਦੀ ਆ, ਉਹਨਾਂ ਦਾ ਆਕਾਰ ਵੱਖ-ਵੱਖ ਹੁੰਦਾ, ਉਹਨਾਂ ਦਾ ਕਲਰ ਰੰਗ ਆ ਜਿਹੜਾ ਉਹ ਵੱਖ ਹੁੰਦਾ ਗਾ, ਉਹਨਾਂ ਦੀ ਵਰਤੋਂ ਜਿਹੜੀ ਵੱਖ ਹੁੰਦੀ ਹੈਗੀ। ਇਸ ਦੇ ਹਿਸਾਬ ਨਾਲ ਆਪਣੀ ਕਿਹੜੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਦੇਖਦੇ ਹਾਂਗੇ। ਲੁੱਕ ਅਰਾਊਂਡ ਕਹਿੰਦੇ ਆਪਣੇ ਆਲੇ ਦੁਆਲੇ ਦੇਖੋ ਐਂਡ ਆਈਡੈਂਟੀਫਾਈ ਓਬਜੈਕਟਸ ਦੈਟ ਆਰ ਰਾਊਂਡ ਇਨ ਸ਼ੇਪ। ਉਹ ਓਬਜੈਕਟਾਂ ਨੂੰ ਲੱਭੋ, ਉਹ ਚੀਜ਼ਾਂ ਲੱਭੋ ਜਿਹੜੀਆਂ ਕਿ ਰਾਊਂਡ ਨੇ, ਗੋਲ ਨੇਗੀਆਂ, ਸ਼ੇਪ ਦੇ ਵਿੱਚ ਆਕਾਰ ਵਿੱਚ ਗੋਲ ਨੇ। ਆਵਰ ਲਿਸਟ ਮੀ ਇਨਕਲੂਡ ਆ ਰਬੜ ਵਾਲ। ਸਾਡੀ ਲਿਸਟ ਕੀ ਹੋਊਗਾ? ਗੋਲ ਕੀ ਹੁੰਦੀ ਹੈਗੀ? ਰਬੜ ਦੀ ਵਾਲ ਹੋ ਗਈ, ਫੁੱਟਬਾਲ ਹੋ ਗਈ ਐਂਡ ਗਲਾਸ ਮਾਰਬਲਸ ਹੋ ਗਏ। ਗਲਾਸ ਦੇ ਜਿਹੜੇ ਮਾਰਬਲਸ ਹੁੰਦੇ ਨੇਗੇ ਇਹ ਸਾਰੇ ਕੀ ਹੁੰਦੇ ਨੇਗੇ? ਗੋਲ ਹੁੰਦੇ ਨੇਗੇ। ਇਫ ਵੀ ਇਨਕਲੂਡ ਓਬਜੈਕਟਸ ਦੈਟ ਆਰ ਨੀਅਰਲੀ ਰਾਊਂਡ our list could also include objects like apples, oranges and an earthen pitcher। ਕਿ ਜੇ ਆਪਾਂ ਦੇਖੀਏ ਵੀ ਜਿਹਦਾ ਬਿਲਕੁਲ ਗੋਲ ਦੇਖਾਂਗੇ ਤਾਂ ਫੁੱਟਬਾਲ ਗੇਂਦ ਹੈ ਨਾ, ਕੱਚ ਦੀਆਂ ਗੋਲੀਆਂ ਵਗੈਰਾ ਹੁੰਦੀਆਂ। ਪਰ ਜੇ ਆਪਾਂ ਦੇਖਾਂਗੇ ਵੀ ਜਿਹੜੀਆਂ ਲਗਭਗ ਗੋਲ ਹੁੰਦੀਆਂ ਨੇ, ਪੂਰੀਆਂ ਗੋਲ ਨਹੀਂ ਹੁੰਦੀਆਂ ਪਰ ਲਗਭਗ ਗੋਲ ਹੁੰਦੀਆਂ ਨੇਗੀਆਂ, ਉਹਦੇ 'ਚ ਕੀ ਆ ਗਏ ਐਪਲ ਵਗੈਰਾ, ਔਰੇਂਜ ਵਗੈਰਾ, ਘੜੇ ਵਗੈਰਾ, ਇਹ ਸਾਰੇ ਕੀ ਹੁੰਦੇ ਨੇ? ਲਗਭਗ ਗੋਲ ਹੁੰਦੇ ਨੇਗੇ। ਆਹ ਕੁਛ ਓਬਜੈਕਟਸ ਵੀ ਦਿਖਾਈਆਂ ਗਈਆਂ ਨੇਗੀਆਂ ਜਿਹੜੀਆਂ ਵੀ ਕੁਝ ਕੀ ਨਹੀਂ ਹੈ, ਕੁਛ ਗੋਲ ਨੇ, ਕੁਛ ਕਿਸੇ ਹੋਰ ਸ਼ੇਪ ਦੀਆਂ ਨੇਗੀਆਂ। ਠੀਕ ਹੈ। ਸਪੋਜ਼ ਵੀ ਆਰ ਲੁਕਿੰਗ ਫਾਰ ਓਬਜੈਕਟਸ ਦੈਟ ਆਰ ਐਡੀਬਲ। ਹੁਣ ਕਹਿੰਦੇ ਮੰਨ ਲਓ ਅਸੀਂ ਉਹ ਚੀਜ਼ਾਂ ਦੇਖ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਖਾ ਸਕਦੇ ਹਾਂਗੇ। ਵੀ ਮਾਈਟ ਇਨਕਲੂਡ ਆਲ ਦਾ ਆਈਟਮਸ ਦੈਟ ਵੀ ਹੈਵ ਲਿਸਟਡ ਇਨ ਟੇਬਲ 1.1, 1.2 ਐਂਡ 1.3 ਇਨ ਚੈਪਟਰ 1। ਕਹਿੰਦੇ ਜੇ ਅਸੀਂ ਉਹਨਾਂ ਚੀਜ਼ਾਂ ਦੀ ਲਿਸਟ ਬਣਾ ਰਹੇ ਹਾਂਗੇ ਜਿਹੜੀਆਂ ਚੀਜ਼ਾਂ ਨੂੰ ਅਸੀਂ ਖਾ ਸਕਦੇ ਹੈਗੇ ਤਾਂ ਇਹ ਲਿਸਟ ਪਹਿਲਾਂ ਬਹੁਤ ਪਹਿਲਾਂ ਆਪਾਂ ਪਹਿਲੇ ਚੈਪਟਰ ਜਦੋਂ ਸਟਾਰਟ ਕੀਤੇ ਸੀ ਉਦੋਂ ਬਣਾਈ ਸੀਗੀ। 1 ਟੇਬਲ 1 ਟੇਬਲ ਦੇ ਵਿੱਚ, 2 ਟੇਬਲ 'ਚ, 3 ਟੇਬਲ ਦੇ ਵਿੱਚ ਫਸਟ ਚੈਪਟਰ ਕਹਿੰਦੇ ਉਹ ਸਾਰੀਆਂ ਚੀਜ਼ਾਂ ਹੀ ਆ ਜਾਣਗੀਆਂ ਜਿਹੜੀਆਂ ਅਸੀਂ ਖਾ ਸਕਦੇ ਉਸ 'ਚ ਆਪਾਂ ਲਿਖੀਆਂ ਸੀਗੀਆਂ। ਵੀ ਮਾਈਟ ਆਲਸੋ ਫਾਈਂਡ ਦੈਟ ਸਮ ਆਫ ਦੋਜ਼ ਅਰਾਊਂਡ ਸ਼ੇਪਡ ਓਬਜੈਕਟਸ ਵੀ ਜਸਟ ਲਿਸਟਡ ਆਊਟ ਆਰ ਆਲਸੋ ਇਨ ਦਿਸ ਗਰੁੱਪ। ਕਹਿੰਦੇ ਅਸੀਂ ਦੇਖ ਸਕਦੇ ਹਾਂਗੇ ਉਹਨਾਂ 'ਚੋਂ ਕੁਝ ਵਸਤੂ ਜਿਹੜੀਆਂ ਹੈ ਨਾ ਉਹ ਇਹਨਾਂ ਸਮੂਹ 'ਚ ਸ਼ਾਮਲ ਹੋਣਗੀਆਂ, ਆਪਣੇ ਖਾਣ ਵਾਲੀਆਂ ਚੀਜ਼ਾਂ 'ਚ ਸ਼ਾਮਲ ਹੋਣਗੀਆਂ। ਉਹਨਾਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ। ਲੈਟ ਅਸ ਸੇ ਵੀ ਵਿਸ਼ ਟੂ ਮੇਕ ਗਰੁੱਪ ਆਫ ਆਬਜੈਕਟਸ ਦੈਟ ਆਰ ਮੇਡ ਆਫ ਪਲਾਸਟਿਕਸ। ਕਹਿੰਦੇ ਮੰਨ ਲਓ ਹੁਣ ਆਪਾਂ ਉਹ ਚੀਜ਼ਾਂ ਦੀ ਲਿਸਟ ਬਣਾਉਣੀ ਹੈਗੀ ਜਿਹੜੀਆਂ ਪਲਾਸਟਿਕ ਤੋਂ ਬਣੀਆਂ ਹੋਈਆਂ ਨੇ, ਜਿਹੜੀਆਂ ਪਲਾਸਟਿਕ ਦੀਆਂ ਚੀਜ਼ਾਂ ਨੇ ਆਪਾਂ ਉਹਨਾਂ ਦੀ ਲਿਸਟ ਬਣਾਉਣੀ ਆ। ਉਹਦੇ 'ਚ ਕੀ ਆ ਜਾਊਗਾ? ਬਕੇਟਸ ਆ ਜਾਣੀਆਂ, ਬਾਲਟੀਆਂ ਜਿੰਨੀਆਂ ਵੀ ਹੋਣੀਆਂ, ਲੰਚ ਬਾਕਸ ਹੋ ਗਏ ਆਪਣੇ, ਟੋਆਇਸ ਹੋ ਗਏ ਖਿਡੌਣੇ, ਵਾਟਰ ਕੰਟੇਨਰਸ ਹੋ ਗਏ ਜਿਹੜੇ 'ਚ ਪਾਣੀ ਪਾ ਕੇ ਰੱਖਦੇ ਆਪਾਂ ਹੈ ਨਾ, ਪਾਈਪਸ ਹੋ ਗਈਆਂ ਐਂਡ ਮੈਨੀ ਸੱਚ ਓਬਜੈਕਟਸ। ਕਿੰਨੀਆਂ ਚੀਜ਼ਾਂ ਹੋ ਜਾਣਗੀਆਂ ਜਿਹੜੀਆਂ ਪਲਾਸਟਿਕ ਤੋਂ ਬਣੀਆਂ ਹੁੰਦੀਆਂ ਨੇ। ਮੀ ਫਾਈਂਡ ਅ ਪਲੇਸ ਇਨ ਦਿਸ ਗਰੁੱਪ। ਉਹਨਾਂ ਨੂੰ ਅਸੀਂ ਉਹ ਗਰੁੱਪ 'ਚ ਰੱਖਤਾ ਜਿਹੜੀਆਂ ਪਲਾਸਟਿਕ ਤੋਂ ਬਣੀਆਂ ਨੇ, ਆਪਾਂ ਉਹਨਾਂ ਦਾ ਅਲੱਗ ਗਰੁੱਪ ਬਣਾ ਲਿਆ। There are so many ways to group objects. In the above examples, we have grouped objects on the basis of their shape or the material they are made from।
ਹੁਣ ਇੱਥੇ ਕਹਿੰਦੇ ਕਿੰਨੀ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਕੋਲ ਲਿਸਟਾਂ ਬਣ ਜਾਣਗੀਆਂ, ਕਿਉਂਕਿ ਹੁਣ ਚੀਜ਼ਾਂ ਤਾਂ ਕਿੰਨੀ ਚੀਜ਼ਾਂ ਹੁੰਦੀਆਂ ਨੇ ਤੇ ਕਿੰਨੀ ਤਰ੍ਹਾਂ ਆਪਾਂ ਨੂੰ ਵੰਡ ਸਕਦੇ ਹੈਗੇ। ਆਪਾਂ ਉੱਪਰ ਕਿੰਨੀਆਂ ਵੰਡੀਆਂ, ਸਿਰਫ ਆਪਾਂ ਉੱਪਰ ਇੱਕ ਤਾਂ ਸ਼ੇਪ ਦੇ ਅਕੋਰਡਿੰਗ ਵੰਡੀਆਂ ਵੀ ਜਿਹੜੀਆਂ ਗੋਲ ਸੀ ਜਾਂ ਉਹ ਵੰਡੀਆਂ ਉਹਨਾਂ ਦੀ ਲਿਸਟ ਬਣਾਈ, ਜਾਂ ਆਪਾਂ ਜਿਹੜੀਆਂ ਵੀ ਉਹ ਕਿਹੜੀ ਚੀਜ਼ ਤੋਂ ਮਿਲ ਕੇ ਹੋਣੀਆਂ, ਪਲਾਸਟਿਕ ਤੋਂ ਬਣੀ ਆਪਾਂ ਉਹਨਾਂ ਦੀ ਲਿਸਟ ਬਣਾਈ। ਇਸ ਤਰ੍ਹਾਂ ਕਿੰਨੀ ਹੋਰ ਚੀਜ਼ਾਂ ਹੋਣਗੀਆਂ ਜਿਹੜੀਆਂ ਆਪਣੇ ਕੋਲ ਇਕੱਠੀਆਂ ਹੋ ਜਾਣਗੀਆਂ ਅਲੱਗ-ਅਲੱਗ ਕੈਟਾਗਰੀ ਦੇ ਵਿੱਚ। ਆਲ ਆਬਜੈਕਟਸ ਅਰਾਊਂਡ ਅਸ ਆਰ ਮੇਡ ਆਫ ਵਨ ਔਰ ਮੋਰ ਮਟੀਰੀਅਲ। ਹੁਣ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨੇ ਸਾਡੇ ਆਲੇ ਦੁਆਲੇ, ਉਹ ਜ਼ਰੂਰੀ ਨਹੀਂ ਇੱਕ ਚੀਜ਼ ਤੋਂ ਮਿਲ ਕੇ ਬਣੀਆਂ ਹੋਣ, ਬਹੁਤ ਸਾਰੀਆਂ ਚੀਜ਼ਾਂ ਐਂ ਹੁੰਦੀਆਂ ਜਿਹੜੀ ਇੱਕ ਤੋਂ ਜ਼ਿਆਦਾ ਚੀਜ਼ਾਂ ਤੋਂ ਮਿਲ ਕੇ ਬਣੀਆਂ ਹੁੰਦੀਆਂ ਨੇ। ਥੀਸ ਮਟੀਰੀਅਲ ਮੇ ਬੀ ਗਲਾਸ, ਮੈਟਲ, ਪਲਾਸਟਿਕਸ, ਵੁੱਡ, ਕਾਟਨ, ਪੇਪਰ, ਮੱਡ ਔਰ ਸੋਇਲ। ਕੈਨ ਯੂ ਥਿੰਕ ਆਫ ਮੋਰ ਐਗਜ਼ਾਮਪਲਸ ਆਫ ਮਟੀਰੀਅਲ। ਹੁਣ ਕਿਸੇ ਤੋਂ ਵੀ ਬਣੇ ਹੋ ਸਕਦੇ ਨੇ, ਕਿਸੇ ਗਲਾਸ ਤੋਂ, ਕੱਚ ਤੋਂ ਬਣੇ ਹੋ ਸਕਦੇ ਨੇ, ਮੈਟਲ ਤੋਂ, ਕਿਸੇ ਧਾਤੂ ਤੋਂ ਬਣੀਆਂ ਹੋ ਸਕਦੇ ਨੇ, ਪਲਾਸਟਿਕ ਤੋਂ, ਵੁੱਡ ਤੋਂ, ਲੱਕੜ ਤੋਂ, ਹੈ ਨਾ, ਕਾਟਨ ਤੋਂ ਬਣੀਆਂ ਹੋ ਸਕਦੀਆਂ ਨੇ, ਐਂਡ ਮੱਡ ਸੋਇਲ ਮਿੱਟੀ ਤੋਂ ਬਣੀਆਂ ਹੋ ਸਕਦੀਆਂ ਨੇ। ਕਿੰਨੀਆਂ ਚੀਜ਼ਾਂ ਕਹਿੰਦੇ ਆਪਾਂ ਸੋਚ ਸਕਦੇ ਹਾਂ ਵੀ ਜਿਹੜੀਆਂ ਵੱਖ-ਵੱਖ ਚੀਜ਼ਾਂ ਤੋਂ ਬਣੀਆਂ ਨੇਗੀਆਂ। ਇਹਦੇ ਵਾਸਤੇ ਹੁਣ ਆਪਾਂ ਐਕਟੀਵਿਟੀ ਕਰਨੀ ਹੈਗੀ। ਫਸਟ ਐਕਟੀਵਿਟੀ ਹੈਗੀ, ਇਹ 'ਚ ਕੀ ਕਰਨਾ, ਲੈਟ ਅਸ ਕਲੈਕਟ ਐਜ਼ ਮੈਨੀ ਆਬਜੈਕਟਸ ਐਜ਼ ਪੋਸੀਬਲ ਫਰੋਮ ਅਰਾਊਂਡ ਅਸ। ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਇਕੱਠੀਆਂ ਕਰੋ, ਜਿੰਨੇ ਵੀ ਸਾਡੇ ਆਲੇ ਦੁਆਲੇ ਹੋ ਸਕਦੇ ਉਨੀਆਂ ਚੀਜ਼ਾਂ ਇਕੱਠੀਆਂ ਕਰੋ। ਈਚ ਆਫ ਅਸ ਕੁਡ ਗੈਟ ਸਮ ਐਵਰੀਡੇ ਆਬਜੈਕਟਸ ਫਰੋਮ ਹੋਮ ਐਂਡ ਵੀ ਕੁਡ ਆਲਸੋ ਕਲੈਕਟ ਸਮ ਆਬਜੈਕਟਸ ਫਰੋਮ ਦਾ ਕਲਾਸਰੂਮ ਔਰ ਫਰੋਮ ਆਊਟਸਾਈਡ ਦਾ ਸਕੂਲ। ਇਹ ਜਿੰਨੀਆਂ ਵੀ ਇਕੱਠੀਆਂ ਹੋ ਸਕਦੇ ਨੇ ਘਰ ਤੋਂ ਇਕੱਠੀਆਂ ਕਰੋ, ਫਿਰ ਜਿੰਨੀਆਂ ਆਪਾਂ ਕਲਾਸ 'ਚ ਵਰਤਦੇ ਆ ਉਹ ਚੀਜ਼ਾਂ ਇਕੱਠੀਆਂ ਕਰੋ, ਅਤੇ ਜਾਂ ਆਪਾਂ ਜਿੰਨੀਆਂ ਸਕੂਲ ਦੇ ਬਾਹਰ ਵਰਤਦੇ ਉਹ ਚੀਜ਼ਾਂ ਇਕੱਠੀਆਂ ਕਰੋ। ਬਟ ਵਿਲ ਵੀ ਹੈਵ ਇਨ ਆਵਰ ਕਲੈਕਸ਼ਨ। ਸਾਡੇ ਕੋਲ ਕੀ ਆਊਗਾ, ਚੌਕ ਆਊਗਾ ਜਿਹੜਾ ਅਸੀਂ ਕਲਾਸ 'ਚ ਵਰਤਿਆ, ਪੈਨਸਿਲ ਆਊਗੀ, ਨੋਟਬੁੱਕ ਆਊਗੀ, ਰਬੜ, ਡਸਟਰ, ਹੈਮਰ, ਨੇਲ, ਸੋਪ, ਕੋਫਾ, ਵੀਲ, ਵੈਟ। ਕਿੰਨੀ ਚੀਜ਼ਾਂ ਹੋਣਗੀਆਂ ਜਿਹੜੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਆਪਾਂ ਵਰਤਿਆ, ਘਰੇ ਵਰਤਿਆ, ਕਲਾਸਰੂਮ 'ਚ ਵਰਤਿਆ, ਸਕੂਲ 'ਚ ਵਰਤਿਆ। ਮਾਚ ਬਾਕਸ ਹੋ ਗਈ, ਸਾਲਟ ਹੋ ਗਿਆ, ਪੋਟੈਟੋ ਹੋ ਗਿਆ। ਵੀ ਕੈਨ ਆਲਸੋ ਲਿਸਟ ਆਬਜੈਕਟਸ ਦੈਟ ਵੀ ਕੈਨ ਥਿੰਕ ਆਫ ਵਟ ਕੈਨ ਨੋਟ ਬਰਿੰਗ ਟੂ ਦ ਕਲਾਸਰੂਮ। ਫਾਰ ਐਗਜ਼ਾਮਪਲ ਵਾਲ, ਟਰੀਜ਼, ਡੋਰਸ, ਟਰੈਕਟਰਸ, ਰੋਡ। ਹੁਣ ਆਪਾਂ ਹੋਰ ਵੀ ਕਹਿੰਦੇ ਬਹੁਤ ਸਾਰੀ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਕਲਾਸਰੂਮ 'ਚ ਨਹੀਂ ਲੈ ਕੇ ਆ ਸਕਦੇ ਗੇ, ਪਰ ਆਪਾਂ ਕੀ ਕਰ ਦਿਆਂਗੇ ਉਹਨਾਂ ਨੂੰ। ਹੁਣ ਚੀਜ਼ਾਂ ਤਾਂ ਹੈਗੀਆਂ ਨੇ, ਜਿਵੇਂ ਟਰੀਜ਼ ਹੋ ਗਏ, ਇਹ ਵੀ ਚੀਜ਼ਾਂ ਨੇ ਪਰ ਆਪਾਂ ਉਹਨੂੰ ਕਲਾਸਰੂਮ 'ਚ ਨਹੀਂ ਲੈ ਕੇ ਸਕਦੇ। ਡੋਰਸ ਹੋ ਗਏ, ਹੈ ਨਾ, ਟਰੈਕਟਰ ਹੋ ਗਿਆ, ਰੋਡ ਹੋ ਗਏ, ਇਹ ਸਾਰੇ ਕੀ ਨੇਗੀਆਂ, ਆਬਜੈਕਟ ਨੇ ਜਿਹੜੀਆਂ ਅਲੱਗ-ਅਲੱਗ ਨੇਗੀਆਂ। ਸੈਪਰੇਟ ਆਲ ਆਬਜੈਕਟਸ ਫਰੋਮ ਦਿਸ ਕਲੈਕਸ਼ਨ ਦੈਟ ਆਰ ਮੇਡ ਫਰੋਮ ਪੇਪਰ ਔਰ ਵੁੱਡ। ਹੁਣ ਕਹਿੰਦੇ ਜਿੰਨੀਆਂ ਵੀ ਆਪਾਂ ਚੀਜ਼ਾਂ ਇਕੱਠੀਆਂ ਕੀਤੀਆਂ ਉਹਨਾਂ 'ਚ ਉਹ ਚੀਜ਼ਾਂ ਅੱਡ ਕੱਢ ਲਓ ਜਿਹੜੀਆਂ ਵੁੱਡ ਤੋਂ ਬਣੀਆਂ ਨੇ, ਉਹ ਚੀਜ਼ਾਂ ਅੱਡ ਕੱਢ ਲਓ ਜਿਹੜੀਆਂ ਪੇਪਰ ਤੋਂ ਬਣੀਆਂ ਨੇਗੀਆਂ। ਦਿਸ ਵੇ ਵੀ ਹੈਵ ਡਿਵਾਈਡ ਆਲ ਆਬਜੈਕਟਸ ਇਨਟੂ 2 ਗਰੁੱਪਸ। ਆਪਾਂ 2 ਗਰੁੱਪ ਦੇ ਚੀਜ਼ਾਂ ਨੂੰ ਵੰਡ ਲਿਆ ਵੀ ਜਿਹੜੀਆਂ ਵੁੱਡ ਤੋਂ, ਲੱਕੜ ਤੋਂ ਬਣੀਆਂ ਸੀ ਉਹਨਾਂ ਨੂੰ ਅੱਡ ਕੱਢ ਲਿਆ, ਜਿਹੜੀਆਂ ਪੇਪਰ ਤੋਂ ਬਣੀਆਂ ਸੀ ਉਹਨਾਂ ਨੂੰ ਅੱਡ ਕੱਢ ਲਿਆ। ਵਨ ਗਰੁੱਪ ਹੈਜ਼ ਦ ਆਬਜੈਕਟਸ ਦੈਟ ਆਰ ਮੇਡ ਫਰੋਮ ਪੇਪਰ ਔਰ ਵੁੱਡ ਵਾਈਲ ਦ ਅਦਰ ਗਰੁੱਪ ਹੈਜ਼ ਦ ਆਬਜੈਕਟਸ ਦੈਟ ਆਰ ਨਾਟ ਮੇਡ ਆਫ ਥੀਸ ਮਟੀਰੀਅਲ। ਹੁਣ ਇੱਕ ਪਾਸੇ ਤਾਂ ਉਹ ਚੀਜ਼ਾਂ ਸੀ ਜਿਹੜੀਆਂ ਕਿ ਲੱਕੜ ਤੋਂ ਬਣੀਆਂ ਸੀਗੀਆਂ ਅਤੇ ਜਾਂ ਪੇਪਰ ਤੋਂ ਬਣੀਆਂ ਸੀਗੀਆਂ, ਦੂਸਰੇ ਪਾਸੇ ਉਹ ਚੀਜ਼ਾਂ ਸੀ ਜਿਹੜੀਆਂ ਇਹਨਾਂ ਦੋਨਾਂ ਤੋਂ ਨਹੀਂ ਬਣੀਆਂ ਸੀ, ਉਹ ਹੋਰ ਕਿਸੇ ਤੋਂ ਬਣੀਆਂ ਸੀਗੀਆਂ। ਸਿਮਿਲਰਲੀ ਵੀ ਕੁਡ ਸੈਪਰੇਟ ਦ ਥਿੰਗਸ ਦੈਟ ਆਰ ਯੂਜ਼ਡ ਫਾਰ ਪ੍ਰਪੇਅਰਿੰਗ ਫੂਡ। ਇਸ ਤਰ੍ਹਾਂ ਆਪਾਂ ਉਹ ਚੀਜ਼ਾਂ ਇਕੱਠੀਆਂ ਕਰ ਲਈਆਂ ਹੁਣ ਜਿਨ੍ਹਾਂ ਨੂੰ ਅਸੀਂ ਖਾਣੇ ਨੂੰ ਤਿਆਰ ਕਰਨ ਦੇ ਲਈ ਵਰਤਦੇ ਹਾਂ। ਹੁਣ ਆਪਣੇ ਕੋਲ ਕਿੰਨੇ ਗਰੁੱਪ ਬਣ ਗਏ, ਉਹ ਚੀਜ਼ਾਂ ਜਿਹਨੂੰ ਖਾਣੇ ਨੂੰ ਤਿਆਰ ਕਰਨ ਲਈ ਵਰਤਦੇ ਹੈਗੇ, ਲੱਕੜ ਤੋਂ ਬਣਦੀਆਂ ਨੇ, ਪੇਪਰ ਤੋਂ ਬਣਦੀਆਂ ਨੇ, ਠੀਕ ਹੈ। ਲੈਟ ਅਸ ਬੀ ਆ ਲਿਟਲ ਮੋਰ ਸਿਸਟਮੈਟਿਕ ਲਿਸਟ ਆਲ ਆਬਜੈਕਟਸ ਕਲੈਕਟਡ। ਹੁਣ ਕਹਿੰਦੇ ਆਪਾਂ ਜਿੰਨੀਆਂ ਵੀ ਚੀਜ਼ਾਂ ਇਕੱਠੀਆਂ ਕੀਤੀਆਂ ਉਹਨਾਂ ਦੀ ਆਪਾਂ ਇੱਕ ਲਿਸਟ ਬਣਾ ਲਈ। ਟਰਾਈ ਟੂ ਆਈਡੈਂਟੀਫਾਈ ਦਾ ਮਟੀਰੀਅਲ ਦੈਟ ਈਚ ਵਨ ਇਜ਼ ਮੇਡ ਆਫ। ਆਪਾਂ ਹਰੇਕ ਦੀ ਇਹ ਕੋਸ਼ਿਸ਼ ਕੀਤੀ ਵੀ ਕਿਹਦੇ ਤੋਂ ਬਣਿਆ ਹੋਇਆ ਹੈਗਾ। ਇਟ ਵੁੱਡ ਬੀ ਫਨ ਟੂ ਮੇਕ ਦਿਸ ਲਾਰਜ ਟੇਬਲ ਕਲੈਕਟਿੰਗ ਇਨਫੋਰਮੇਸ਼ਨ ਅਬਾਊਟ ਅਸ ਮੈਨੀ ਆਬਜੈਕਟਸ ਐਜ਼ ਪੋਸੀਬਲ। ਆਪਾਂ ਨੂੰ ਕਿੰਨੀ ਚੀਜ਼ਾਂ ਦੀ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਕਿਹੜੀ ਕੀ ਤੋਂ ਬਣੀ ਆ, ਕਿਹੜੀ ਕੀ ਤੋਂ ਬਣੀ ਆ। It may be seem difficult to find out the material out of which some of these objects are made. In such cases, discuss with your friends, teachers and parents to identify the material. ਕਹਿੰਦੇ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਸਾਨੂੰ ਮੁਸ਼ਕਿਲ ਆਉਂਦੀ ਵੀ ਸਾਨੂੰ ਪਤਾ ਨਹੀਂ ਲੱਗਦਾ ਕਿਹਦੇ ਤੋਂ ਬਣੀ ਹੈਗੀ। ਕਹਿੰਦੇ ਇਹਦੇ ਵਾਸਤੇ ਹੈਲਪ ਕਰਨ ਦੇ ਲਈ ਤੁਸੀਂ ਆਪਣੇ ਫਰੈਂਡਸ ਤੋਂ ਪੁੱਛੋ ਨਾ, ਉਹਨਾਂ ਨਾਲ ਡਿਸਕਸ ਕਰੋ, ਆਪਣੇ ਪੇਰੈਂਟਸ ਦੇ ਨਾਲ ਕਰੋ, ਆਪਣੇ ਟੀਚਰਸ ਦੇ ਨਾਲ ਕਰੋ ਵੀ ਜਿਹੜੀ ਚੀਜ਼ ਹੈਗੀ ਇਹ ਮਟੀਰੀਅਲ ਜਿਹੜਾ ਉਹ ਕਾਹਦੇ ਤੋਂ ਬਣਿਆ ਹੋਇਆ ਹੈਗਾ। ਇਸ ਤਰ੍ਹਾਂ ਕਹਿੰਦੇ ਹਾਂ 4.1 ਟੇਬਲ ਬਣਾਇਆ ਜਿਹਦੇ 'ਚ ਇਧਰਲੇ ਪਾਸੇ ਆਬਜੈਕਟਸ ਲਿਖੀਆਂ, ਦੂਜੇ ਪਾਸੇ ਪਹਿਲੇ ਕੀ ਲਿਖਿਆ ਹੈਗਾ ਵੀ ਉਹ ਕਾਹਦੇ ਤੋਂ ਬਣੀ। ਜਿਵੇਂ ਪਲੇਟ ਹੋ ਗਈ, ਥਾਲੀ ਕਾਹ ਤੋਂ ਬਣੀ ਹੋ ਸਕਦੀ, ਸਟੀਲ ਤੋਂ ਬਣੀ ਹੋ ਸਕਦੀ ਆ, ਗਲਾਸ ਤੋਂ ਬਣੀ ਹੋ ਸਕਦੀ ਆ, ਪਲਾਸਟਿਕ ਤੋਂ ਬਣੀ ਹੋ ਸਕਦੀ ਹੈ ਜਾਂ ਕਿਸੇ ਹੋਰ ਚੀਜ਼ ਤੋਂ ਬਣੀ ਸਕਦੀ ਆ। ਪੈਨ ਆ ਉਹ ਕਾਹ ਤੋਂ ਬਣਿਆ ਹੁੰਦਾ, ਪਲਾਸਟਿਕ ਤੋਂ ਬਣਿਆ ਹੁੰਦਾ ਜਾਂ ਮੈਟਲ ਤੋਂ ਬਣਿਆ ਹੁੰਦਾ। ਇਸ ਤਰ੍ਹਾਂ ਆਪਾਂ ਐਕਟੀਵਿਟੀ ਕੀਤੀ। ਹੁਣ ਐਕਟੀਵਿਟੀ 2 ਦੇ ਵਿੱਚ ਕੀ ਕਰਨਾ ਗਾ, ਟੇਬਲ 4.2 ਆਪਾਂ 4.2 ਜਿਹੜਾ ਟੇਬਲ ਬਣਾਇਆ ਗਾ ਉਹ ਬਣਾਉਣਾ ਗਾ ਅੱਗੇ। 4.2 ਟੇਬਲ ਹੈਗਾ।
4.2 ਟੇਬਲ ਆ ਸੀਗਾ ਪਾਈਪ ਬਣਾਉਣਾ ਦੂਸਰੀ ਐਕਟੀਵਿਟੀ ਵਿੱਚ। ਇਹਦੇ ਵਿੱਚ ਕੀ ਕਰਨਾਗਾ, ਲਿਸਟ ਸਮ ਕਾਮਨ ਮਟੀਰੀਅਲਸ ਯੂ ਕੈਨ ਆਲਸੋ ਐਡ ਮੋਰ ਮਟੀਰੀਅਲ ਇਨ ਕਾਲਮ 1 ਦੈਟ ਆਰ ਨੋਨ ਟੂ ਯੂ। ਹੁਣ ਆਪਾਂ ਇਹਦੇ ਵਿੱਚ ਕੀ ਕਰਨਾਗਾ, ਜਿਹੜੀਆਂ ਆਪਾਂ ਉਹ ਮਟੀਰੀਅਲ ਇਕੱਠਾ ਕਰਨਾਗਾ ਜਿਹੜੀਆਂ ਕਾਫੀ ਚੀਜ਼ਾਂ ਤੋਂ ਮਿਲ ਕੇ ਬਣੇ ਕਾਮਨ, ਜਿਹਨਾਂ 'ਚ ਸਾਂਝੀਆਂ ਚੀਜ਼ਾਂ ਵਰਤਦੀਆਂ ਨੇ। ਟਰਾਈ ਐਂਡ ਥਿੰਕ ਆਫ ਐਵਰੀ ਆਬਜੈਕਟਸ ਯੂ ਨੋ ਦੈਟ ਦ ਮੇਡ ਮੇਨਲੀ ਆਫ ਥੀਸ ਮਟੀਰੀਅਲ ਐਂਡ ਲਿਸਟ ਦੈਮ ਇਨ ਕਾਲਮ 2। ਹੁਣ ਆਪਾਂ ਜਿਹੜਾ ਕਾਲਮ ਹੈਗਾ ਇਹਦੇ ਵਿੱਚ ਰੱਖਣਾ ਗਾ, ਇੱਕ ਪਾਸੇ ਮਟੀਰੀਅਲ ਲਿਖਣਾ, ਦੂਸਰੇ ਪਾਸੇ ਕੀ ਕਰਨਾ ਵੀ ਇਹ ਜਿਹੜਾ ਕਾਗਜ਼ ਤੋਂ ਬਣਿਆ ਹੋਇਆ ਗਾ। ਹੁਣ ਆਪਾਂ ਇੱਧਰ ਕੀ ਕਰਨਾ ਗਾ, ਜਿਵੇਂ ਇੱਕ ਪਾਸੇ ਮਟੀਰੀਅਲ ਰੱਖਣਾ, ਉਹਦੇ ਤੋਂ ਕਿਹੜੀ ਕਿਹੜੀ ਚੀਜ਼ਾਂ ਬਣੀਆਂ, ਜਿਵੇਂ ਵੁੱਡ ਆ, ਵੁੱਡ ਤੋਂ ਕੀ ਬਣੇਗੀ, ਚੇਅਰ ਬਣੀਆਂ, ਟੇਬਲ ਬਣੀਆਂ, ਫਲੋ ਬਣਿਆ, ਇਸ ਤਰ੍ਹਾਂ ਪੇਪਰ ਤੋਂ ਕੀ ਬਣਿਆ। ਹੁਣ ਆਪਾਂ ਇਹ ਟੇਬਲ ਬਣਾਉਣਾ ਗਾ, ਪਹਿਲਾਂ ਆਪਾਂ ਬਣਿਆ ਸੀ ਵੀ ਇਹ ਚੀਜ਼ ਕੀ ਤੋਂ ਬਣੀ ਆ, ਹੁਣ ਆਪਾਂ ਕੀ ਬਣਾਇਆ ਵੀ ਇਸ ਚੀਜ਼ ਤੋਂ ਕਿਹੜੀ ਕਿਹੜੀ ਚੀਜ਼ਾਂ ਬਣੀਆਂ। ਇਹਦੇ ਵਿੱਚ ਕਿਉਂ ਸੌਖਾ ਹੋ ਗਿਆ, ਹੁਣ ਆਪਾਂ ਵੁੱਡ ਤੋਂ ਇਹਨੇ ਕਿੰਨੀ ਚੀਜ਼ਾਂ ਬਣੀਆਂ ਸੀ, ਇਹ ਆਪਣੇ ਇਕੱਠੇ ਇੱਕ ਬਾਕਸ 'ਚ ਆ ਗਈਆਂ। ਨਹੀਂ ਆਪਣੇ ਕੋਲ ਜਿਹੜੀ ਕੱਲੀ ਚੀਜ਼ ਕਿੰਨੀ ਵੁੱਡ ਤੋਂ ਬਣੀ ਸੀ, ਉਹਦੇ ਵਾਸਤੇ ਆਪਾਂ ਨੂੰ ਅਲੱਗ, ਇਹ ਜਿਹੜਾ ਫਸਟ ਟੇਬਲ ਸੀ ਇਹਦੇ ਵਿੱਚ ਆਪਾਂ ਨੂੰ ਜ਼ਿਆਦਾ ਔਖਾ ਥੋੜ੍ਹਾ, ਇਹ ਆਪਣੇ ਕੋਲ ਸੌਖਾ ਹੋ ਗਿਆ 4.2 ਟੇਬਲ ਬਣਾਉਣਾ। ਵੀ ਡੂ ਫਾਈਂਡ ਫਰੋਮ ਥੀਸ ਟੇਬਲਸ, ਅਸੀਂ ਇਸ ਟੇਬਲ ਤੋਂ ਕੀ ਪਤਾ ਕੀਤਾ, ਫਸਟ ਵੀ ਗਰੁੱਪ ਆਬਜੈਕਟਸ ਇਨ ਮੈਨੀ ਡਿਫਰੈਂਟ ਵੇਜ਼। ਪਹਿਲਾਂ ਉਹ ਵਸਤੂ ਨੂੰ ਡਿਫਰੈਂਟ ਵੇਜ਼ ਵਿੱਚ ਵੰਡ ਰਹੇ ਸੀਗੇ। ਹੁਣ ਆਪਾਂ ਕੀ ਕੀਤਾ, ਵੀ ਦੈਨ ਫਾਊਂਡ ਦੈਟ ਆਬਜੈਕਟਸ ਅਰਾਊਂਡ ਅਸ ਮੇਡ ਆਫ ਡਿਫਰੈਂਟ ਮਟੀਰੀਅਲ, ਜਿਹੜੀ ਚੀਜ਼ਾਂ ਨੇ ਬਹੁਤ ਜ਼ਿਆਦਾ ਮਟੀਰੀਅਲ ਤੋਂ ਬਣੀਆਂ ਹੋਈਆਂ ਨੇ। ਐਟ ਟਾਈਮਸ ਐਨ ਆਬਜੈਕਟ ਇਜ਼ ਮੇਡ ਆਫ ਅ ਸਿੰਗਲ ਮਟੀਰੀਅਲ, ਬਹੁਤ ਕਈ ਨੇ ਜਿਹੜੀਆਂ ਇੱਕ ਮਟੀਰੀਅਲ 'ਤੇ ਬਣੀਆਂ ਹੋਈਆਂ ਨੇਗੀਆਂ। An object could also be made of many material and then again one material could be used for making many different objects. What decide which material should be used for making any given object? It seems that we need to know more about different materials. ਅਸੀਂ ਕੀ ਦੇਖਿਆ, ਕਈ ਚੀਜ਼ਾਂ ਨੇ ਵੱਖ-ਵੱਖ ਮਟੀਰੀਅਲ ਤੋਂ ਮਿਲ ਕੇ ਬਣੀਆਂ ਸੀਗੀਆਂ ਤੇ ਕਈ ਚੀਜ਼ਾਂ ਜਿਹਨੂੰ ਅਸੀਂ ਬਣਾ ਲਿਆ ਉਹਨੂੰ ਅੱਗੇ ਅਸੀਂ ਹੋਰ ਚੀਜ਼ ਬਣਾਉਣ ਦੇ ਲਈ ਵਰਤ ਰਹੇ ਸੀਗੇ। ਹੁਣ ਆਪਾਂ ਅੱਗੇ ਕੀ ਕਰਨਾ ਗਾ, ਪ੍ਰੋਪਰਟੀਜ਼ ਆਫ ਮਟੀਰੀਅਲ। ਹੁਣ ਕਿਹੜੇ ਗੁਣ ਹੁੰਦੇ ਨੇ, ਕਿਸ ਮਟੀਰੀਅਲ ਕੀ ਹੁੰਦਾ ਗਾ, ਕੋਈ ਵੀ ਜਿਹੜੀ ਵਸਤੂ ਹੈਗੀ, ਕੋਈ ਜਿਹੜਾ ਪਦਾਰਥ ਹੈਗਾ ਉਹਦੇ ਵਿੱਚ ਕਿਹੜੇ ਗੁਣ ਹੁੰਦੇ ਨੇ, ਪ੍ਰੋਪਰਟੀਜ਼ ਹੁੰਦੇ ਨੇ, ਗੁਣ ਵੀ ਕਿਹੜੇ ਗੁਣ ਹੁੰਦੇ ਨੇਗੇ। ਹੈਵ ਯੂ ਈਵਰ ਵੰਡਰਡ ਵਾਈ ਆ ਟੰਬਲਰ ਇਜ਼ ਨਾਟ ਮੇਡ ਵਿਦ ਅ ਪੀਸ ਆਫ ਕਲੋਥ। ਕਹਿੰਦੇ ਕਿ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈਗੀ ਵੀ ਜਿਹੜਾ ਗਲਾਸ ਹੈਗਾ ਉਹ ਕੱਪੜੇ ਦਾ ਕਿਉਂ ਨਹੀਂ ਬਣਾਇਆ ਜਾਂਦਾ ਗਾ, ਜਿਹੜਾ ਗਲਾਸ ਹੁੰਦਾ ਗਾ ਉਹ ਕੱਪੜੇ ਦਾ ਕਿਉਂ ਨਹੀਂ ਬਣਾਉਂਦੇ ਅਸੀਂ। Recall our experiments with piece of cloth in chapter 3। ਹੁਣ ਕਹਿੰਦੇ ਜਿਹੜਾ ਆਪਾਂ 3rd ਚੈਪਟਰ 'ਚ ਅਸੀਂ ਪੀਸ ਬਣਾਏ ਸੀ ਕਲੋਥ, ਉਹਨੂੰ ਯਾਦ ਕਰੋ। ਐਂਡ ਆਲਸੋ ਕੀਪ ਇਨ ਮਾਈਂਡ ਦੈਟ ਵੀ ਜਨਰਲੀ ਯੂਜ਼ ਆ ਟੰਬਲਰ ਟੂ ਕੀਪ ਆ ਲਿਕੁਇਡ। ਕਹਿੰਦੇ ਤੁਸੀਂ ਸੋਚ ਕੇ ਦੇਖੋ ਵੀ ਅਸੀਂ ਜਿਹੜਾ ਹੈ ਨਾ ਉਹ ਹੈਗਾ ਕੱਪੜੇ ਦਾ ਟੁਕੜਾ ਗਾ ਉਹਦੇ ਵਿੱਚ ਅਸੀਂ ਪਾਣੀ ਨੂੰ ਰੱਖ ਸਕਦੇ ਹਾਂਗੇ। Therefore would it not be silly if we were make a tumbler out of cloth। ਕਹਿੰਦੇ ਕਿ ਜਿਹੜਾ ਕੱਪੜਾ ਗਾ ਜਿਸ ਗਲਾਸ ਦਾ ਬਣਾਈਏ ਤਾਂ ਸਾਨੂੰ ਕਿੰਨਾ ਹਾਸੀ ਆਉਂਦੀ ਆਪਣੀ, ਜਿਹੜਾ ਜੇ ਆਪਾਂ ਗਲਾਸ ਦਾ ਬਣਾਵਾਂਗੇ ਕਿੰਨਾ ਪ੍ਰਤੀਤ ਹੁੰਦਾ, ਕਿਹੋ ਜਿਹਾ ਹੋਊਗਾ ਉਹ। ਬਟ ਵੀ ਨੀਡ ਫॉर ਥੰਬਲਰਸ ਗਲਾਸ, ਪਲਾਸਟਿਕ, ਮੈਟਲ ਔਰ ਅਦਰ ਸੱਚ ਮਟੀਰੀਅਲ ਦੈਟ ਵਿਲ ਹੋਲਡ ਵਾਟਰ। ਪਰ ਆਪਾਂ ਨੂੰ ਕੀ ਚਾਹੀਦਾ ਗਲਾਸ ਬਣਾਉਣ ਵਾਸਤੇ, ਕੀ ਚਾਹੀਦਾ, ਜਾਂ ਸਾਨੂੰ ਗਲਾਸ ਚਾਹੀਦਾ, ਕੱਚ ਚਾਹੀਦਾ ਗਾ, ਜਾਂ ਪਲਾਸਟਿਕ ਚਾਹੀਦੀ ਆ, ਜਾਂ ਹੋਰ ਮੈਟਲ ਚਾਹੀਦੀ ਆ, ਜਾਂ ਹੋਰ ਮਟੀਰੀਅਲ ਚਾਹੀਦਾ ਜਿਹੜਾ ਪਾਣੀ ਨੂੰ ਰੱਖ ਸਕੇ। ਅਸੀਂ ਕੱਪੜੇ ਦਾ ਗਲਾਸ ਨਹੀਂ ਬਣਾਉਂਦੇ ਕਿਉਂਕਿ ਜੇ ਕੱਪੜੇ ਦਾ ਗਲਾਸ ਬਣਾਵਾਂਗੇ ਉਹ 'ਚ ਪਾਣੀ ਤਾਂ ਰੁਕਣਾ ਹੀ ਨਹੀਂ, ਪਾਣੀ ਤਾਂ ਸਾਰਾ ਵਾਪਿਸ ਬਾਹਰ ਨਿਕਲ ਜੂਗਾ। ਸਿਮਿਲਰਲੀ ਇਟ ਵੁੱਡ ਨਾਟ ਬੀ ਵਾਈਜ਼ ਟੂ ਯੂਜ਼ ਪੇਪਰ ਲਾਈਕ ਮਟੀਰੀਅਲ ਫਾਰ ਕੁਕਿੰਗ ਵੈਸਲਸ। ਇਸੇ ਤਰੀਕੇ ਕਹਿੰਦੇ ਜੇ ਆਪਾਂ ਸੋਚੀਏ ਅਸੀਂ ਖਾਣਾ ਬਣਾਉਣ ਵਾਸਤੇ ਅਸੀਂ ਪੇਪਰ ਨਹੀਂ ਵਰਤਦੇ, ਜੇ ਅਸੀਂ ਪੇਪਰ ਦੀ ਕੋਈ ਚੀਜ਼ ਆ ਉਹ 'ਚ ਖਾਣਾ ਬਣਾਵਾਂਗੇ ਤਾਂ ਪੇਪਰ ਤਾਂ ਮੱਚ ਜੂਗਾ, ਅਤੇ ਇਸ ਲਈ ਆਪਾਂ ਹੋਰ ਜਿਹੜੀ ਮੈਟਲ ਤੋਂ ਬਣੀ ਚੀਜ਼ਾਂ ਵਰਤ ਦਿਆਂਗੇ। ਵੀ ਸੀ ਦੈਨ ਵਟ ਵੀ ਚੂਜ਼ ਦਾ ਮਟੀਰੀਅਲ ਟੂ ਮੇਕ ਐਨ ਆਬਜੈਕਟ ਡਿਪੈਂਡਿੰਗ ਔਨ ਇਟਸ ਪ੍ਰੋਪਰਟੀਜ਼। ਕਹਿੰਦੇ ਇਹ ਤਾਂ ਸਾਨੂੰ ਕੀ ਪਤਾ ਲੱਗਦਾ, ਇਹ ਤਾਂ ਸਾਨੂੰ ਇਹ ਪਤਾ ਲੱਗਦਾ ਗਾ ਵੀ ਜਿਹੜੀ ਚੀਜ਼ ਆ ਉਹ ਕਾਹਦੇ ਤੋਂ ਬਣੀ ਆ, ਇਹ ਸਾਨੂੰ ਤਾਂ ਗੁਣ ਤੋਂ ਪਤਾ ਲੱਗਦਾ ਗਾ ਵੀ ਅਸੀਂ ਕਾਹਦੇ ਲਈ ਚੀਜ਼ ਵਰਤ ਰਹੇ ਹਾਂਗੇ ਅਤੇ ਉਹ ਉਸ ਤੋਂ ਬਣੀ। ਜੇ ਹੁਣ ਅਸੀਂ ਕੱਪੜੇ, ਅਸੀਂ ਜਿਹੜਾ ਪੇਪਰ ਸੀ, ਪੇਪਰ ਤੋਂ ਅਸੀਂ ਕੀ ਕਰ ਸਕਦੇ ਸੀਗੇ, ਅਸੀਂ ਖਾਣਾ ਬਣਾਉਣ ਲਈ ਚੀਜ਼ ਤਿਆਰ ਨਹੀਂ ਕਰ ਸਕਦੇ ਪੇਪਰ ਦੀ ਚੀਜ਼ 'ਤੇ, ਕਿਉਂਕਿ ਉਹ ਮੱਚ ਜੂਗੀ। ਇਸ ਤਰ੍ਹਾਂ ਅਸੀਂ ਕੱਪੜੇ ਦੇ ਗਲਾਸ ਨਹੀਂ ਬਣਾ ਸਕਦੇ ਕਿਉਂਕਿ ਉਹ 'ਚ ਪਾਣੀ ਜਿਹੜਾ ਉਹ ਬਾਹਰ ਨਿਕਲ ਜੂਗਾ। ਇਸ ਤਰ੍ਹਾਂ ਕੀ ਹੈ ਵੀ ਸਾਨੂੰ ਜਿਹੜੇ ਉਹਦੇ 'ਚ ਗੁਣ ਨੇਗੇ ਉਹਨਾਂ ਤੋਂ ਉਹ ਤੋਂ ਪਤਾ ਲੱਗਦਾ ਗਾ ਵੀ ਅਸੀਂ ਜਿਹੜੀ ਚੀਜ਼ ਹੈਗੀ ਕਾਹਦੇ ਤੋਂ ਬਣਾਉਣੀ ਹੈਗੀ ਅਤੇ ਅਸੀਂ ਕਿਹੜੇ ਪਰਪਸ ਲਈ ਕੋਈ ਚੀਜ਼ ਹੈ ਜਿਹੜੀ ਆਬਜੈਕਟ ਨੂੰ ਯੂਜ਼ ਕਰ ਰਹੇ ਹਾਂਗੇ। ਸੋ ਬਟ ਆਰ ਆਲ ਥੀਸ ਪ੍ਰੋਪਰਟੀਜ਼ ਆਫ ਮਟੀਰੀਅਲ ਦੈਟ ਵੁੱਡ ਬੀ ਇੰਪੋਰਟੈਂਟ ਫਾਰ ਦੇਅਰ ਯੂਜ਼ਸ। ਇਸ ਤਰ੍ਹਾਂ ਕਹਿੰਦੇ ਕਿਹੜੇ 'ਚ ਕਿਸੇ ਵੀ ਮਟੀਰੀਅਲ 'ਚ ਕਿਹੜੇ ਗੁਣ, ਕਿਹੜੀ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਨੇਗੀਆਂ ਵੀ ਜਿਹਨੂੰ ਅਸੀਂ ਵਰਤ ਸਕੀਏ। ਸਮ ਪ੍ਰੋਪਰਟੀਜ਼ ਆਰ ਡਿਸਕਸਡ ਹੇਅਰ। ਇਹਨਾਂ 'ਚੋਂ ਕੁਝ ਜਿਹੜੀਆਂ ਪ੍ਰੋਪਰਟੀਜ਼ ਨੇ ਉਹ ਆਪਾਂ ਨੂੰ ਡਿਸਕਸ ਕਰਦੇ ਹਾਂ ਇੱਥੇ। ਸਭ ਤੋਂ ਪਹਿਲਾਂ ਦਿੱਤੀ ਹੋਈ ਹੈਗੀ ਅਪੀਅਰੈਂਸ। ਕਿਹੜੀਆਂ ਪ੍ਰੋਪਰਟੀਜ਼ ਨੇ? ਅਪੀਅਰੈਂਸ ਕੀ ਹੁੰਦੀ ਵੀ ਉਹ ਜਿਹੜੀ ਚੀਜ਼ ਹੈਗੀ ਉਹ ਦਿਸਣ 'ਚ ਕਿੱਦਾਂ ਦੀ ਹੋਣੀ ਚਾਹੀਦੀ ਹੈਗੀ।
दूसरी की हैगी हार्डनेस, भी किन्नी क सख्त होनी चाहिए हैगी। ते तीसरी की है कि सॉल्यूबल आ जां इनसॉल्यूबल, पानी विच घुलनशील होनी चाहिए है जां नहीं होनी चाहिए। तो अगे आप अगली वीडियो कंटिन्यू करते हैं। अज के लिए इन्नी वीडियो अपने फ्रेंड्स ने बहुत शेयर करना, चैनल को सबसक्राइब करना ना भुलना।